ਦਿੱਲੀ ਵਾਸੀਆਂ ਨੂੰ ਉਸ ਤੋਂ ਬਾਅਦ ਸੱਤਾ 'ਚ ਆਈ ਸੀ। ਵੱਡੇ ਵੱਡੇ ਵਾਅਦੇ ਸਨ, ਨਿਵੇਕਲੇ ਵਾਅਦੇ ਸਨ, ਜਿਨ੍ਹਾਂ ਤਹਿਤ ਇਸ ਪਾਰਟੀ ਨੇ ਨਾ ਸਿਰਫ ਦਿੱਲੀ ਵਿੱਚ ਸਰਕਾਰਾਂ ਰਿਪੀਟ ਕੀਤੀਆਂ, ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਨੇ ਹਿੰਮਤ ਨਹੀਂ ਹਾਰੀ, ਸਗੋਂ ਆਪਣੇ ਆਦਰਸ਼, ਆਪਣੇ ਏਜੰਡੇ, ਆਪਣੀਆਂ ਨੀਤੀਆਂ ਲੈ ਕੇ ਪੰਜਾਬੀਆਂ ਦੇ ਦਿਲਾਂ 'ਚ ਇੰਨਾ ਘਰ ਕਰ ਗਈ ਕਿ ਪਾਰਟੀ ਸਾਲ 2022 ਦੇ ਵਿੱਚ ਇੱਥੇ ਇੱਕ ਮਜ਼ਬੂਤ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ। ਪਰ ਬਾਕੀ ਗੱਲਾਂ ਨੂੰ ਅਗਰ ਅਸੀਂ ਇੱਕ ਪਾਸੇ ਰੱਖੀਏ ਤਾਂ ਇਹ ਪਾਰਟੀ ਸਿਰਫ ਹੁਣ ਇੱਕ ਸ਼ਰਾਬ ਨੀਤੀ, ਆਬਕਾਰੀ ਨੀਤੀ ਨੂੰ ਲੈ ਕੇ ਦੋਵਾਂ ਥਾਵਾਂ ਦੇ ਉੱਤੇ, ਦਿੱਲੀ ਵਿੱਚ ਵੀ ਤੇ ਪੰਜਾਬ ਵਿੱਚ ਵੀ ਚਰਚਾ 'ਚ ਹੈ, ਵਿਵਾਦਾਂ 'ਚ ਹੈ, ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ, ਤੇ ਦਿੱਲੀ 'ਚ ਤਾਂ CBI ਦੇ ਨਿਸ਼ਾਨੇ 'ਤੇ ਹੈ। ਪਰ ਅਜਿਹੇ 'ਚ ਇੱਕ ਅੱਜ ਅਜਿਹੀ ਘਟਨਾ ਵਾਪਰੀ ਹੈ, ਅਜਿਹਾ ਇੱਕ ਮੋੜ ਆਇਆ ਇਸ ਸਾਰੇ ਘਟਨਾਕ੍ਰਮ ਨੂੰ, ਇਸ ਚਰਚਾ ਨੂੰ, ਸ਼ਰਾਬ ਨੀਤੀ ਨੂੰ ਲੈ ਕੇ ਜਾਂ ਸ਼ਰਾਬ ਨੀਤੀ ਦੇ ਬਹਾਨੇ ਨਾਲ ਪਾਰਟੀ ਦੇ ਆਦਰਸ਼ਾਂ ਨੂੰ ਲੈ ਕੇ, ਪਾਰਟੀ ਦੇ ਸਿਧਾਂਤਾਂ ਨੂੰ ਲੈ ਕੇ, ਕਿ ਪਾਰਟੀ ਜਿਸ ਅੰਦੋਲਨ 'ਚੋਂ ਉੱਠੀ ਸੀ, ਜਿਸ ਜਨ ਅੰਦੋਲਨ 'ਚੋਂ ਉੱਠੀ ਸੀ 2012 ਦੇ ਵਿੱਚ, ਆਪਾਂ ਨੂੰ ਯਾਦ ਹੈ, ਤਾਂ ਉਸ ਦੇ ਮੋਢੀ, ਉਸ ਦੇ ਸੰਸਥਾਪਕ, ਉਸ ਦੇ ਬਾਨੀ ਅੰਨਾ ਹਜ਼ਾਰੇ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਨੇ ਸਿਆਸੀ ਤੂਫਾਨ ਲਿਆ ਦਿੱਤਾ ਹੈ, ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਅੰਨਾ ਹਜ਼ਾਰੇ ਨੇ ਪਾਰਟੀਕੂਲਰਲੀ ਇਹ ਪੱਤਰ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਸਰਕਾਰ ਅਤੇ ਮੁੜ ਕੇ ਹੁਣ ਪੰਜਾਬ ਵਾਲੀ ਸਰਕਾਰ, ਇਹਨਾਂ ਵੱਲੋਂ ਬਣਾਈ ਗਈ ਆਬਕਾਰੀ ਨੀਤੀ, ਯਾਨੀ ਕਿ ਸ਼ਰਾਬ ਨੀਤੀ, ਸ਼ਰਾਬ ਦੀ ਸਰਕਾਰੀ ਵਿਕਰੀ ਲਈ ਘੜੀ ਗਈ ਨੀਤੀ ਨੂੰ ਲੈ ਕੇ ਲਿਖਿਆ ਹੈ। ਸਿੱਧਾ ਸਪਾਟ ਸ਼ਬਦਾਂ 'ਚ ਲਿਖਿਆ ਗਿਆ ਪੱਤਰ ਹੈ, 2 ਸਫ਼ਿਆਂ ਦਾ ਪੱਤਰ ਹੈ, ਜਿਸ 'ਚ ਵੱਡੀਆਂ ਗੱਲਾਂ ਕਹੀਆਂ ਗਈਆਂ ਨੇ। ਆਪਾਂ ਇਹਨਾਂ ਗੱਲਾਂ ਦੇ ਆਰ-ਪਾਰ ਨਾ ਝਾਕਦੇ ਹੋਏ, ਇਹਨਾਂ ਦੇ ਕੋਈ ਅਰਥ ਆਪਣੇ ਵੱਲੋਂ ਕੱਢਣ ਦੀ ਨਾ ਕੋਸ਼ਿਸ਼ ਕਰਦੇ ਹੋਏ, ਸਿਰਫ ਤੇ ਸਿਰਫ ਇਹ ਗੱਲਾਂ ਦੀ, ਇਹਨਾਂ ਸ਼ਬਦਾਂ ਦੀ ਸਾਂਝ ਪਾਉਂਦੇ ਆ ਕਿ ਅੰਨਾ ਹਜ਼ਾਰੇ ਨੇ ਆਖਰਕਾਰ ਅਜਿਹਾ ਲਿਖਿਆ ਕੀ ਹੈ। ਅੰਨਾ ਹਜ਼ਾਰੇ ਸ਼ੁਰੂ 'ਚ ਲਿਖਦੇ ਨੇ ਕਿ 10 ਸਾਲ ਪਹਿਲਾਂ 18 ਸਤੰਬਰ 2012 ਨੂੰ ਜਦੋਂ ਟੀਮ ਅੰਨਾ ਦੇ ਮੈਂਬਰਾਂ ਦੀ ਦਿੱਲੀ 'ਚ ਮੁਲਾਕਾਤ ਹੋਈ ਸੀ, ਉਸ ਸਮੇਂ ਆਪ ਦੇ ਸਿਆਸੀ ਰਸਤਾ ਅਪਣਾਉਣ ਦੀ ਗੱਲ ਕੀਤੀ ਸੀ, ਯਾਨੀ ਕਿ ਕੇਜਰੀਵਾਲ ਸਾਹਿਬ ਨੇ। ਪਰ ਤੁਸੀਂ ਇਹ ਭੁੱਲ ਗਏ ਕਿ ਸਿਆਸੀ ਪਾਰਟੀ ਬਣਾਉਣਾ ਸਾਡੀ ਲਹਿਰ ਦਾ ਉਦੇਸ਼ ਨਹੀਂ ਸੀ। ਉਸ ਸਮੇਂ ਟੀਮ ਅੰਨਾ ਬਾਰੇ ਲੋਕਾਂ ਦੇ ਮਨਾਂ 'ਚ ਵਿਸ਼ਵਾਸ ਸੀ, ਇਸ ਲਈ ਮੇਰੀ ਸੋਚ ਸੀ, ਯਾਨੀ ਕਿ ਅੰਨਾ ਹਜ਼ਾਰੇ ਦੀ, ਕਿ ਟੀਮ ਅੰਨਾ ਲਈ ਦੇਸ਼ ਭਰ ਦਾ ਦੌਰਾ ਕਰਕੇ ਲੋਕ ਸਿੱਖਿਆ, ਜਨ ਚੇਤਨਾ ਦਾ ਕੰਮ ਕਰਨਾ ਜ਼ਰੂਰੀ ਹੈ। ਜੇਕਰ ਇਸ ਦਿਸ਼ਾ 'ਚ ਕੰਮ ਕੀਤਾ ਗਿਆ ਹੁੰਦਾ ਤਾਂ ਸ਼ਰਾਬ ਦੀ ਅਜਿਹੀ ਗਲਤ ਨੀਤੀ ਕਦੇ ਵੀ ਨਾ ਬਣਦੀ। ਅੰਨਾ ਹਜ਼ਾਰੇ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਕਿਹਾ ਕਿ ਤੁਹਾਡੇ, ਯਾਨੀ ਕਿ ਅਰਵਿੰਦ ਕੇਜਰੀਵਾਲ ਸਾਹਿਬ, ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਤੁਹਾਨੂੰ ਪਹਿਲੀ ਵਾਰ ਲਿਖ ਰਿਹਾ ਹਾਂ, ਪਰ ਪਿਛਲੇ ਕਈ ਦਿਨਾਂ ਤੋਂ ਦਿੱਲੀ ਰਾਜ ਸਰਕਾਰ ਦੀ ਸ਼ਰਾਬ ਨੀਤੀ ਬਾਰੇ ਜੋ ਖਬਰਾਂ ਆ ਰਹੀਆਂ ਨੇ, ਉਹਨਾਂ ਨੂੰ ਪੜ੍ਹ ਕੇ ਮਨ ਨੂੰ ਬਹੁਤ ਦੁੱਖ ਲੱਗਾ ਹੈ। ਅੰਨਾ ਹਜ਼ਾਰੇ ਇੱਥੇ ਨਹੀਂ ਰੁਕੇ, ਉਹ ਅੱਗੇ ਲਿਖਦੇ ਨੇ ਕਿ ਕੇਜਰੀਵਾਲ ਸਾਹਿਬ, ਉਹਨਾਂ ਨੇ ਇੱਕ ਬੜੀ ਹੀ ਚਰਚਿਤ, ਬੜੀ ਹੀ ਮਸ਼ਹੂਰ ਕਿਤਾਬ ਜਿਹੜੀ ਸਵਰਾਜ, ਉਹ ਲਿਖੀ ਸੀ, ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਰਾਜਨੀਤਿਕ ਵਿਧਾਨ ਕਿਵੇਂ ਹੋਣਾ ਚਾਹੀਦਾ ਹੈ, ਸ਼ਾਸਨ ਕਿਵੇਂ ਹੋਣਾ ਚਾਹੀਦਾ ਹੈ, ਸਰਕਾਰ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ, ਲੋਕਾਂ ਦੀ ਭਲਾਈ ਜਿਹੜੀ ਹੈਗੀ ਆ ਉਹ ਸਰਕਾਰ ਦੀ ਪ੍ਰਮੁੱਖਤਾ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਵੱਡੇ ਆਦਰਸ਼ ਜਿਹੜੇ ਨੇ, ਸਵਰਾਜ ਨਾਂ ਦੀ ਕਿਤਾਬ ਬਹੁਤ ਸਾਰੇ ਲੋਕਾਂ ਨੇ ਪੜ੍ਹੀ ਹੈ ਅਤੇ ਇਹ ਬੜੀ ਚਰਚਿਤ ਕਿਤਾਬ ਹੈ, ਉਹ ਲਿਖੀ ਸੀ। ਤਾਂ ਉਸ ਬਾਰੇ ਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਤੁਸੀਂ ਉਹ ਆਦਰਸ਼ ਵਿਚਾਰਧਾਰਾ ਭੁੱਲ ਗਏ ਹੋ। ਇਹ ਅੰਨਾ ਹਜ਼ਾਰੇ ਲਿਖ ਰਹੇ ਨੇ, ਅਤੇ ਉਹਨਾਂ ਨੇ ਕਿਹਾ ਕਿ ਜਿਵੇਂ ਸ਼ਰਾਬ ਦਾ ਨਸ਼ਾ ਹੁੰਦਾ ਹੈ, ਉਸੇ ਤਰ੍ਹਾਂ ਸੱਤਾ ਦਾ ਨਸ਼ਾ ਹੈ, ਤੁਸੀਂ ਵੀ ਅਜਿਹੇ ਸੱਤਾ ਦੇ ਨਸ਼ੇ 'ਚ ਡੁੱਬੇ ਹੋਏ ਹੋ। ਇਹ ਅੰਨਾ ਹਜ਼ਾਰੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ, ਜੋ ਅੱਜ ਉਹਨਾਂ ਨੇ 2 ਸਫ਼ਿਆਂ ਦਾ ਪੱਤਰ ਲਿਖਿਆ, ਉਸ 'ਚ ਲਿਖ ਰਹੇ ਨੇ। ਅੱਗੇ ਅੰਨਾ ਹਜ਼ਾਰੇ ਲਿਖਦੇ ਨੇ, ਰਾਜਨੀਤੀ 'ਚ ਜਾਣ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਤੁਸੀਂ ਆਦਰਸ਼ ਵਿਚਾਰਧਾਰਾ ਨੂੰ ਭੁੱਲ ਗਏ ਜਾਪਦੇ ਹੋ। ਇਸੇ ਲਈ ਦਿੱਲੀ ਰਾਜ ਵਿੱਚ ਤੁਹਾਡੀ ਸਰਕਾਰ ਨੇ ਇੱਕ ਨਵੀਂ ਸ਼ਰਾਬ ਨੀਤੀ ਬਣਾਈ ਹੈ। ਅਜਿਹਾ ਲੱਗਦਾ ਹੈ ਜਿਸ ਨਾਲ ਸ਼ਰਾਬ ਦੀ ਵਿਕਰੀ ਤੇ ਪੀਣ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਗਲੀ ਮੁਹੱਲੇ 'ਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਨੇ ਇਸ ਨੀਤੀ ਰਾਹੀਂ, ਯਾਨੀ ਕਿ ਇਸ ਨਾਲ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਕਿਉਂਕਿ ਨੀਤੀ ਕਹਿ ਰਹੇ ਨੇ ਕਿ ਨੀਤੀ ਐਸੀ ਹੈ ਜਿਸ ਨਾਲ ਇਹ ਸਾਰਾ ਕੁਝ ਆਸਾਨੀ ਨਾਲ ਸੰਭਵ ਹੁੰਦਾ ਜਾ ਰਿਹਾ ਹੈ। ਇਹ ਗੱਲ ਜਨਤਾ ਦੇ ਹਿੱਤ 'ਚ ਨਹੀਂ ਹੈ, ਇਹ ਅੰਨਾ ਹਜ਼ਾਰੇ ਨੇ ਆਪਣੇ ਪੱਤਰ 'ਚ ਲਿਖਿਆ ਹੈ। ਇੰਨਾ ਹੀ ਨਹੀਂ, ਅੰਨਾ ਹਜ਼ਾਰੇ ਇਹ ਵੀ ਲਿਖ ਰਹੇ ਨੇ ਕਿ ਇੱਕ ਇਤਿਹਾਸਕ ਲਹਿਰ ਦਾ ਨੁਕਸਾਨ ਕਰਕੇ ਬਣੀ ਪਾਰਟੀ ਤੱਕ ਕਹਿ ਦਿੱਤਾ ਹੈ। ਅੰਨਾ ਹਜ਼ਾਰੇ, ਜੋ ਕਿ ਖੁਦ ਗਾਂਧੀਵਾਦੀ ਨੇਤਾ ਨੇ, ਉਹ ਲਿਖਦੇ ਨੇ ਕਿ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨੂੰ ਦੇਖਦਿਆਂ ਹੁਣ ਪਤਾ ਲੱਗਾ ਹੈ ਕਿ ਇਤਿਹਾਸਕ ਲਹਿਰ ਦਾ ਨੁਕਸਾਨ ਕਰਨ ਤੋਂ ਬਾਅਦ ਜਿਹੜੀ ਪਾਰਟੀ ਬਣੀ ਸੀ, ਉਹ ਵੀ ਦੂਜੀਆਂ ਪਾਰਟੀਆਂ ਦੇ ਰਾਹ 'ਤੇ ਹੀ ਤੁਰ ਪਈ ਹੈ, ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ।
ਅੱਗੇ ਲਿਖਿਆ ਅੰਨਾ ਹਜ਼ਾਰੇ ਨੇ ਇਸ ਪੱਤਰ ਦੇ ਵਿੱਚ ਕਿ ਇਸ ਤਰ੍ਹਾਂ ਹੀ ਜੇਕਰ ਇਸ ਤਰ੍ਹਾਂ ਹੀ ਲੋਕ ਸਿੱਖਿਆ ਤੇ ਲੋਕ ਜਾਗਰੂਕਤਾ ਦਾ ਕੰਮ ਹੁੰਦਾ ਤਾਂ ਸ਼ਰਾਬਬੰਦੀ ਦੀ ਅਜਿਹੀ ਗਲਤ ਨੀਤੀ ਦੇਸ਼ ਵਿੱਚ ਕਿਤੇ ਵੀ ਨਾ ਬਣ ਜਾਂਦੀ। ਸਰਕਾਰ ਜਿਸ ਵੀ ਪਾਰਟੀ ਦੀ ਹੋਵੇ ਉਸ ਨੂੰ ਲੋਕ ਹਿੱਤ 'ਚ ਕੰਮ ਕਰਨ ਲਈ, ਉਸ 'ਤੇ ਦਬਾਅ ਬਣਾਈ ਰੱਖਣ ਲਈ ਸਮਾਨ ਸੋਚ ਦੇ ਲੋਕਾਂ ਦਾ ਇੱਕ ਗਰੁੱਪ ਹੋਣਾ ਜ਼ਰੂਰੀ ਹੈ, ਪ੍ਰੈਸ਼ਰ ਗਰੁੱਪ ਜਿਹਨੂੰ ਆਪਾਂ ਕਹਿੰਦੇ ਹਾਂ। ਪਰ ਅਜਿਹਾ ਤਾਂ ਨਹੀਂ ਹੈ। ਹੁਣ ਤਾਂ ਜੋ ਵੀ ਅੰਨਾ ਹਜ਼ਾਰੇ 'ਚੋਂ ਲੋਕ ਨਿਕਲੇ ਤੇ ਰਾਜਨੀਤੀ ਦੇ ਰਾਹ 'ਤੇ ਤੁਰੇ ਉਹ ਆਪ ਸਰਕਾਰਾਂ ਬਣਾਉਣ ਲੱਗ ਪਏ ਨੇ। ਇਹ ਸਾਡੀ ਟਿੱਪਣੀ ਹੈ। ਸੋ ਇਹ ਗੱਲਾਂ ਜਿਹੜੀਆਂ ਨੇ ਬੜੀ ਅਹਿਮ ਨੇ ਤੇ ਅੱਗੇ ਜਾ ਕੇ ਅੰਨਾ ਹਜ਼ਾਰੇ ਸਾਹਿਬ ਮੋਟੇ ਤੌਰ ਤੇ ਲਿਖਦੇ ਨੇ ਕਿ ਜਿਸ ਤਰ੍ਹਾਂ ਇਹ ਹੋਇਆ ਹੈ ਤਾਂ ਇਸ ਤੋਂ ਲੱਗਦਾ ਹੈ ਕਿ ਤੁਹਾਡੀ ਕਹਿਣੀ ਤੇ ਕਥਨੀ 'ਚ ਬਹੁਤ ਫਰਕ ਹੈ। ਸੋ ਇਹ ਪੱਤਰ ਜੋ ਅੱਜ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਅਸੀਂ ਇਸ ਦੇ ਕੋਈ ਆਪਣੇ ਵੱਲੋਂ ਅਰਥ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਜੋ ਅੰਨਾ ਹਜ਼ਾਰੇ ਸਾਹਿਬ ਨੇ ਲਿਖਿਆ ਹੈ ਆਪਣੇ ਪੁਰਾਣੇ ਸਾਥੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਲਿਖਿਆ ਹੈ ਤੇ ਇਸ ਦਾ ਜਵਾਬ ਹਾਲ ਦੀ ਘੜੀ ਤਾਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਆਇਆ। ਪਰ ਇਹ ਪੱਤਰ ਦੇਸ਼ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਦਸਤਾਵੇਜ਼ ਦੇ ਤੌਰ ਤੇ ਸ਼ਾਇਦ ਜਾਣਿਆ ਜਾਂਦਾ ਰਹੇਗਾ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਆਮ ਆਦਮੀ ਪਾਰਟੀ ਦੀ ਦਿੱਲੀ 'ਚ ਸਰਕਾਰ ਪਹਿਲੇ ਦਿਨ ਤੋਂ ਹੀ ਚਰਚਾ 'ਚ ਹੈ। ਸਰਕਾਰ ਇੱਕ ਵੱਡੀ ਉਮੀਦ ਜਗਾ ਕੇ ਦਿੱਲੀ ਵਾਸੀਆਂ ਨੂੰ ਉਸ ਤੋਂ ਬਾਅਦ ਸੱਤਾ 'ਚ ਆਈ ਸੀ। ਵੱਡੇ ਵਾਅਦੇ ਸਨ, ਨਿਵੇਕਲੇ ਵਾਅਦੇ ਸਨ, ਜਿਨ੍ਹਾਂ ਤਹਿਤ